ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ। ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੈਲੋ ਸਟੂਡੈਂਟਸ, ਅੱਜ ਅਸੀਂ ਵੈਲਕਮ ਲਾਈਫ ਦੇ ਜਿਸ ਚੈਪਟਰ ਨੂੰ ਡਿਸਕਸ ਕਰਨ ਜਾ ਰਹੇ ਹਾਂ ਉਹ ਹੈਗਾ ਕਾਈਂਡਨੈਸ, ਦਿਆਲੂ ਬਿਰਤੀ। ਇਨਸਾਨ ਹੋਣ ਦੇ ਨਾਤੇ ਦਇਆ ਦਾ ਇੱਕ ਗੁਣ ਜੋ ਇਨਸਾਨੀ ਬਿਰਤੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਇਹ ਇੱਕ ਬਹੁਤ ਹੀ ਅਹਿਮ ਗੁਣ ਹੈ। ਕਾਈਂਡਨੈਸ ਇਨ ਫੈਕਟ is a human instinct or feeling in which there is a sensitivity of kindness, forgiveness and broad-mindedness. ਦਿਆਲੂ ਬਿਰਤੀ ਅਸਲ ਵਿੱਚ ਮਨੁੱਖ ਦੀ ਇਹੋ ਜਿਹੀ ਬਿਰਤੀ ਹੈ ਜਾਂ ਭਾਵਨਾ ਹੈ ਜਿਸ ਵਿੱਚ ਦਇਆ, ਮੁਆਫੀ ਅਤੇ ਵਿਸ਼ਾਲ ਸੋਚ ਵਾਲੇ ਹਿਰਦੇ ਦੀ ਸੰਵੇਦਨਾ ਹੁੰਦੀ ਹੈ। ਇਸ ਚੈਪਟਰ ਨੂੰ ਬਣਾਉਣ ਦੇ ਪਿੱਛੇ ਜੋ ਮੇਨ ਮੋਟਿਵ ਹੈ ਕਿ ਸਟੂਡੈਂਟਸ ਦੇ ਵਿੱਚ ਫੀਲਿੰਗ ਆਫ ਸੈਂਸਿਟੀਵਿਟੀ, ਸੰਵੇਦਨਸ਼ੀਲਤਾ ਦੀ ਬਿਰਤੀ ਨੂੰ ਜਗਾਉਣਾ ਹੈ। ਔਰ ਦੂਸਰੀ ਗੱਲ ਕਿ ਕਿਸ ਤਰੀਕੇ ਦੇ ਨਾਲ ਦਿਆਲਤਾ, ਦੂਸਰੇ ਨੂੰ ਮਾਫੀ ਦੇਣਾ ਔਰ ਵਿਸ਼ਾਲ ਹਿਰਦੇ ਹੋਣਾ ਇਹ ਗੁਣ ਸਟੂਡੈਂਟ ਦੀ ਲਾਈਫ ਦੇ ਵਿੱਚ ਧਾਰਨ ਕਰ ਲਵੇ। ਇੱਕ ਬੱਚਾ, ਇੱਕ ਵਿਦਿਆਰਥੀ ਇੱਕ ਪ੍ਰੋਪਰ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੇ ਲਈ ਦਇਆ ਹੋਣੀ ਵੀ ਉਹਦੇ ਵਿੱਚ ਬਹੁਤ ਜ਼ਰੂਰੀ ਹੈ। ਹੁਣ ਗੱਲ ਕਰੀਏ ਕਿ ਦਇਆ ਕਿਸ 'ਤੇ ਕਰਨੀ ਹੈ। ਦਇਆ ਉਸ ਹਰ ਇੱਕ ਇਨਸਾਨ 'ਤੇ ਕਰਨੀ ਹੈ ਜਿਸ ਨੂੰ ਉਸ ਚੀਜ਼ ਦੀ ਜ਼ਰੂਰਤ ਹੋਏ। ਅਗਰ ਕੋਈ ਗਰੀਬ ਸਰਦੀਆਂ ਦੇ ਵਿੱਚ, ਠੰਡ ਦੇ ਵਿੱਚ ਠਿਠੁਰ ਰਿਹਾ, ਉਹਦੇ ਕੋਲ ਕੱਪੜੇ ਨਹੀਂ ਹੈ ਭਾਰੇ ਜਿਹਦੇ ਨਾਲ ਕਿ ਉਹ ਆਪਣੇ ਆਪ ਨੂੰ ਸਰਦੀ ਤੋਂ ਬਚਾ ਸਕੇ, ਅਤੇ ਉਸ ਸਮੇਂ ਉਹਦੀ ਜ਼ਰੂਰਤ ਹੈ ਕਿ ਉਹਨੂੰ ਗਰਮ ਕੱਪੜੇ ਦਿੱਤੇ ਜਾਣ। ਉੱਥੇ ਉਹਨੂੰ ਖਾਣਾ ਦੇਣ ਦੀ ਜ਼ਰੂਰਤ ਨਹੀਂ ਹੈ। ਅਗਰ ਇੱਕ ਭੁੱਖਾ ਬੈਠਾ ਹੋਇਆ ਔਰ ਤੁਸੀਂ ਲਿਜਾ ਕੇ ਉਹਨੂੰ ਗਰਮ ਕੱਪੜੇ ਦੇ ਰਹੇ ਹੋ ਅਤੇ ਨਹੀਂ, ਉਹਨੂੰ ਉਸ ਟਾਈਮ ਰੋਟੀ ਦੀ ਜ਼ਰੂਰਤ ਹੈ, ਉਸ ਟਾਈਮ ਉਹਨੂੰ ਖਾਣੇ ਦੀ ਜ਼ਰੂਰਤ ਹੈ। ਇੱਕ ਪਿਆਸਾ ਪਾਣੀ ਲਈ ਤਰਸ ਰਿਹਾ ਹੈ ਔਰ ਤੁਸੀਂ ਉਹਨੂੰ ਗਰਮ ਕੱਪੜੇ ਜਾਂ ਖਾਣਾ ਲਿਜਾ ਕੇ ਦੇ ਦਿਓ ਅਤੇ ਉਹ ਗੱਲ ਨਹੀਂ ਬਣੇਗੀ, ਕਿਉਂਕਿ ਉਹਨੂੰ ਉਸ ਟਾਈਮ ਪਾਣੀ ਦੀ ਜ਼ਰੂਰਤ ਹੈ। ਅਤੇ ਜਿਸ ਸਮੇਂ ਜਿਸ ਚੀਜ਼ ਦੀ ਜ਼ਰੂਰਤ ਕਿਸੇ ਨੂੰ ਹੈ ਉੱਥੇ ਉਸ ਚੀਜ਼ ਨੂੰ ਹਾਸਿਲ ਕਰਨਾ ਜਾਂ ਜਿਸ ਚੀਜ਼ ਦੇ ਤੁਸੀਂ ਸਮਰਥ ਹੈਗੇ ਆ ਉਸ ਦੀ ਮਦਦ ਕਰਨ ਵਾਸਤੇ, ਉਹਨੂੰ ਹੀ ਦਇਆ ਬੋਲਿਆ ਜਾਂਦਾ। ਦੂਸਰੇ ਦੇ ਉੱਤੇ ਦਇਆ ਕਰਨੇ ਤੋਂ ਭਾਵ ਜੋ ਕਿ ਬੁੱਕ ਦੇ ਵਿੱਚ ਅਗਰ ਦੇਖਿਆ ਜਾਏ ਅਤੇ ਤੁਹਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਦੇ ਵਿੱਚ 3 ਸੀਨ ਕ੍ਰੀਏਟ ਕੀਤੇ ਹੈ। ਪਹਿਲੇ ਸੀਨ ਦੇ ਵਿੱਚ ਕਿਸੇ ਦੀ ਮਦਦ ਕਰਨਾ, ਰਸਤੇ 'ਤੇ ਲੈ ਕੇ ਉਹਨੂੰ ਸਕੂਲ ਵਿੱਚ ਪਹੁੰਚਾ ਦੇਣਾ। ਦੂਸਰੇ ਸੀਨ ਦੇ ਵਿੱਚ ਆਪਣੀ ਮੈਡਮ ਦਾ ਭਾਰ ਚੁੱਕ ਕੇ, ਬੈਗ ਚੁੱਕ ਕੇ ਅੱਗੇ ਪਹੁੰਚਾ ਦੇਣਾ, ਉਹਨਾਂ ਨੂੰ ਸਫ਼ਰ ਵਿੱਚ ਮਦਦ ਕਰ ਦੇਣੀ। ਜਾਂ ਫਿਰ ਤੀਸਰੀ ਸੀਨ ਦੇ ਵਿੱਚ ਇੱਕ ਵਿਦਿਆਰਥੀ ਜੋ ਕਿ ਫੀਸ ਦੇਣ ਦੇ ਸਮਰਥ ਨਹੀਂ ਹੈ, ਬਾਕੀ ਵਿਦਿਆਰਥੀ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰਕੇ ਉਹਦੀ ਫੀਸ ਦੇ ਦਿੰਦੇ ਹੈ। ਅਤੇ ਇਸ ਤਰੀਕੇ ਦੇ ਨਾਲ ਇਹ 3 ਸੀਨ ਕ੍ਰੀਏਟ ਕਰਕੇ ਰੋਲ ਪਲੇ ਰਾਹੀਂ ਐਕਟੀਵਿਟੀਜ਼ ਦੀ ਫੋਰਮ ਦੇ ਵਿੱਚ ਸਟੂਡੈਂਟਸ ਨੂੰ ਇਹ ਸਮਝਾਉਣਾ ਕੀਤਾ ਹੈ ਕਿ ਇੱਕ ਛੋਟੇ ਬੱਚੇ ਤੋਂ ਹੀ ਉਹਨੂੰ ਦਇਆ ਦੀ ਭਾਵਨਾ ਜ਼ਿੰਦਗੀ ਦੇ ਵਿੱਚ ਸਿਖਾ ਦੇਣੀ ਚਾਹੀਦੀ ਹੈ। ਇਹ ਦਇਆ ਇੱਕ ਇਨਸਾਨ ਦੇ ਉੱਪਰ ਵੀ ਹੋ ਸਕਦੀ ਹੈ, ਕਿਸੇ ਪਸ਼ੂ ਪੰਛੀ 'ਤੇ ਵੀ ਹੋ ਸਕਦੀ ਹੈ ਔਰ ਕਿਸੇ ਜ਼ਰੂਰਤਮੰਦ 'ਤੇ ਵੀ ਹੋ ਸਕਦੀ ਹੈ, ਚਾਹੇ ਉਹ ਜਾਨਵਰ ਹੋਏ ਚਾਹੇ ਇਨਸਾਨ ਹੋਏ। ਦਇਆ ਬਿਰਤੀ ਹੋਣੀ ਜਾਂ ਕਰਨੀ ਇੱਕ ਬਹੁਤ ਹੀ ਮਹਾਨ ਗੁਣ ਮੰਨਿਆ ਗਿਆ ਹੈ। ਦਇਆ ਨੂੰ ਇੱਕ ਧਰਮ ਵੀ ਮੰਨਿਆ ਗਿਆ ਹੈ ਔਰ ਇਹਦਾ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਾਈਂਡਨੈਸ ਇੰਗਲਿਸ਼ ਦੇ ਵਿੱਚ ਅਗਰ ਕਿਹਾ ਜਾਏ, ਬੀਇੰਗ ਕਾਈਂਡ ਇਜ਼ ਹੈਵਿੰਗ ਪੋਜ਼ੀਟਿਵ ਥਿੰਕਿੰਗ ਫॉर ਹਿਊਮਨ ਬੀਇੰਗਸ ਐਜ਼ ਇਟਸ ਇੰਪੋਰਟੈਂਟ ਐਸਪੈਕਟ। A person having the spirit of kindness learns how to live a prosperous life psycho-physically and socio-culturally. ਇੱਕ ਸਾਈਕੋਲੋਜੀਕਲੀ ਵੀ ਸਾਨੂੰ ਦਇਆ ਸਟਰੋਂਗ ਬਣਾ ਦਿੰਦੀ ਹੈ ਔਰ ਅਸੀਂ ਨੈਰੋ ਮਾਈਂਡਡਨੈਸ ਤੋਂ ਉੱਠ ਕੇ ਇੱਕ ਵੱਡੀ ਸੋਚ ਲੈ ਕੇ ਜ਼ਿੰਦਗੀ ਦੇ ਵਿੱਚ ਜੀ ਸਕਦੇ ਹਾਂ। ਹੁਣ ਅਗਰ ਇਸ ਲੈਸਨ ਦੇ ਰਿਲੇਟਿਡ ਕੁਐਸਚਨਸ ਦੀ ਗੱਲ ਕਰੀਏ
ਤੇ ਪਹਿਲੇ ਕੁਐਸਚਨ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਪਹਿਲਾ ਸੀਨ ਕ੍ਰੀਏਟ ਹੋਇਆ ਬੁੱਕ ਦੇ ਵਿੱਚ ਉਹ ਤੁਹਾਨੂੰ ਜੀਵਨ ਦੀਆਂ ਕਿਹੜੀਆਂ ਕਦਰਾਂ ਕੀਮਤਾਂ ਨੂੰ ਧਾਰਨ ਕਰਨ ਦੀ ਸਿੱਖਿਆ ਦਿੰਦਾ ਹੈ। ਤੇ ਅਸੀਂ ਦੇਖੀਏ ਕਿ ਉਸ ਕਹਾਣੀ ਦੇ ਵਿੱਚ ਸਾਨੂੰ ਇੱਕ ਦੂਸਰੇ ਦੀ ਮਦਦ ਕਰਨੀ ਔਰ ਦਇਆ ਬਿਰਤੀ ਨੂੰ ਬਣਾ ਕੇ ਰੱਖਣ ਦੀ ਸਿੱਖਿਆ ਮਿਲਦੀ ਹੈ। ਵਿਚ ਲਾਈਨ ਡਿਡ ਅੰਮ੍ਰਿਤ ਹਮ ਅਗੇਨ ਐਂਡ ਅਗੇਨ। ਦੂਸਰੇ ਜੋ ਸੀਨ ਕ੍ਰੀਏਟ ਹੋਇਆ ਉਹਦੇ ਵਿੱਚ ਅੰਮ੍ਰਿਤ ਨਾਮ ਦਾ ਬੱਚਾ ਜੋ ਉਹ ਕਿਹੜੀ ਤੁਕ ਨੂੰ ਬਾਰ-ਬਾਰ ਗਾਉਂਦਾ ਹੈ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਇਸ ਤਰੀਕੇ ਦੇ ਗੱਲ ਨੂੰ ਡੂ ਗੁੱਡ ਹੈਵ ਗੁੱਡ ਅ ਗੁੱਡ ਡੀਡ ਆਲਵੇਜ਼ ਕਮ ਅਰਾਊਂਡ। ਥੀਜ਼ ਲਾਈਨਸ ਸਪੋਕਨ ਬਾਏ ਅੰਮ੍ਰਿਤ ਇਨ ਦੈਟ ਸੀਨ। ਦੂਜੀ ਝਾਂਕੀ ਵਿੱਚ ਅੰਮ੍ਰਿਤ ਅਤੇ ਬਿੰਦਰ ਮੈਡਮ ਦੀ ਕੀ ਸਹਾਇਤਾ ਕਰਦੇ ਹਨ? ਉਹ ਆਪਣੇ ਮੈਡਮ ਦੀ ਮਦਦ ਉਹਨਾਂ ਦਾ ਬੈਗ ਫੜ ਕੇ ਕਰਦੇ ਹਨ। ਦੇ ਹੈਲਪਡ ਦੇਅਰ ਟੀਚਰ ਬਾਈ ਕੈਰਿੰਗ ਹਰ ਬੈਗ। In the third scene, what lesson do you get from the mutual cooperation of the students? ਤੀਜੇ ਸੀਨ ਦੇ ਵਿੱਚ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ? ਇੱਕ ਮਿਊਚੁਅਲ ਕੋਆਪਰੇਸ਼ਨ ਦੀ ਸਿੱਖਿਆ, ਆਪਸੀ ਸਹਿਯੋਗ ਦੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਦੂਸਰੇ ਬੱਚੇ ਨੂੰ ਜਿੱਥੇ ਕਿ ਜ਼ਰੂਰਤ ਹੈ ਰਲ ਮਿਲ ਕੇ ਉਹਦੀ ਮਦਦ ਕਰਨੀ ਚਾਹੀਦੀ ਹੈ। ਔਰ ਚਾਹੇ ਉਹ ਫੀਸ ਦੀ ਗੱਲ ਹੋਏ ਜਾਂ ਕਿਤਾਬਾਂ ਦੀ ਗੱਲ ਹੋਏ, ਕਿਸੇ ਵੀ ਚੀਜ਼ ਦੀ ਜ਼ਰੂਰਤ ਅਸੀਂ ਇਕੱਠੇ ਹੋ ਕੇ ਮਿਊਚੁਅਲੀ ਇਕੱਠੇ ਹੋ ਕੇ ਉਹਦੀ ਮਦਦ ਕਰ ਸਕਦੇ ਹਾਂ। ਸੋ ਆਈ ਹੋਪ ਦਿਸ ਚੈਪਟਰ is also clear to you.